आज जीकरपुर तहसील और नगर कौंसिल दफ्तर के बाहर प्रॉपर्टी एसोसिएशन के नुमाइंदों ने बिना एनओसी के रजिस्ट्री व सुचारू रूप से काम न होने को लेकर रोष प्रकट किया। इस मौके पत्रकारों से बातचीत करते हुए क्या कुछ कहा, ये सुनाते हैं आपको। आज ਦਾ ਜਿਹੜਾ ਇਹ ਪ੍ਰੋਟੈਸਟ ਕਰਿਆ ਕਾਰਨ ਕੀ ਹੈ? ਸਾਡਾ ਜਿਹੜਾ ਪ੍ਰੋਟੈਸਟ ਹੈ ਅੱਜ ਸਾਡਾ ਪ੍ਰੋਪਰਟੀ ਡੀਲਰਾਂ ਦਾ ਇੱਕ ਰੋਸ ਹੈ ਸਰਕਾਰ ਦੇ ਖਿਲਾਫ, ਸਰਕਾਰ ਦੀ ਪਾਲਿਸੀਆਂ ਦੇ ਖਿਲਾਫ। ਅੱਜ 1 ਸਾਲ ਲਗਭਗ ਹੋਣ ਨੂੰ ਆਇਆ। ਸਰਕਾਰ ਨੇ ਜੋ ਪਾਲਿਸੀਆਂ ਬਣਾਈਆਂ ਸੀਗੀਆਂ ਉਹਦੇ ਵਿੱਚ ਜੋ ਅਮੈਂਡਮੈਂਟ ਕਰਨ ਦਾ ਸਾਨੂੰ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਕੀਤਾ ਗਿਆ। ਕਰੀਬਨ 2 ਮਹੀਨੇ ਪਹਿਲੇ ਸੀਐਮ ਸਾਹਿਬ ਨੇ ਖੁਦ ਸੈਸ਼ਨ 'ਚ ਬਿਆਨ ਦਿੱਤਾ ਸੀਗਾ ਕਿ ਜਿਹੜੀ ਐਨਓਸੀ ਦੀ ਪ੍ਰੋਬਲਮ ਹੈ ਉਹ ਪੂਰੇ ਪੰਜਾਬ 'ਚ ਉਹਨੂੰ ਬੜਾ ਹੀ ਜਲਦੀ ਠੀਕ ਕੀਤਾ ਜਾਏਗਾ। ਅੱਜ 2 ਮਹੀਨੇ ਹੋ ਗਏ, ਕੋਈ ਕਾਰਵਾਈ ਨਹੀਂ ਹੋਈ। ਬਲਕਿ ਇਹਨਾਂ ਦੇ ਆਪਣਾ ਮਿਨਿਸਟਰ ਅਮਨ ਅਰੋੜਾ ਜੀ ਆਵਾਸ ਮੰਤਰੀ ਸੀ, ਉਹਨਾਂ ਨੂੰ ਹਟਾਇਆ ਗਿਆ। ਉਹਨਾਂ ਨੇ ਕਿਹਾ ਸੀਗਾ, ਉਹਨਾਂ ਨੇ ਵਾਅਦਾ ਕੀਤਾ ਸੀਗਾ, ਲੇਕਿਨ ਉਹ ਵੀ ਨਹੀਂ। ਅੱਜ ਸਾਡੇ ਡੀਲਰਾਂ ਦਾ ਸਭ ਤੋਂ ਵੱਡਾ ਰੋਸ ਹੈ ਜਿਹੜੀਆਂ ਪਾਲਿਸੀਆਂ ਨੇ ਇੱਕ ਅਨਪਲੈਨਡ ਸਿਟੀ ਦੇ ਵਿੱਚ ਪਲੈਨਡਸ ਰੂਲ ਇਹਨਾਂ ਨੇ ਬਣਾ ਕੇ ਰੱਖਦੇ, ਜਿਹਦੇ 'ਚ ਸਾਡੇ ਕਿਸੇ ਡੀਲਰ ਦੀ ਰਜਿਸਟਰੀ ਨਹੀਂ ਹੋ ਰਹੀ, ਨਾ ਕੋਈ ਕੰਮ ਹੋ ਰਿਹਾ, ਨਾ ਨਕਸ਼ੇ ਪਾਸ ਹੋ ਰਹੇ ਨੇ, ਧੱਕੇ ਖਾ ਰਹੇ ਨੇ ਇੱਥੇ ਬੰਦੇ। और ना प्रॉपर्टी टैक्स जमा आ रहा। एनडीसी का क्या मतलब है जी? कोई देखो इसका प्रॉपर्टी टैक्स ब्लड रिलेशन ਦੇ ਵਿੱਚ ਜਿਹੜੀਆਂ ਰਜਿਸਟਰੀਆਂ ਨੇ ਉਸ ਨੂੰ ਵੀ ਇਹਨਾਂ ਨੇ ਰੋਕ ਲਗਾ ਦਿੱਤੀ। ਜਿਹੜੀ ਬਲੱਡ ਫੈਮਿਲੀ ਟ੍ਰਾਂਸਫਰ ਹੈ, ਫੈਮਿਲੀ ਟ੍ਰਾਂਸਫਰ ਜਿਹੜੀ ਹੈ ਦੇਖੋ ਤੇ ਹਰ ਇੱਕ ਨੂੰ ਹੱਕ ਹੈ, ਉਹਦੇ ਵਿੱਚ ਵੀ ਨਕਸ਼ੇ ਬੰਦ ਕਰ ਦਿੱਤੇ ਇਹਨਾਂ ਨੇ। ਤੇ ਨਕਸ਼ੇ ਦੇ ਵਿੱਚ ਇੰਨੀਆਂ ਫਾਰਮੈਲਿਟੀਆਂ ਕਰਤੀ, ਉਹਦੀ ਐਨਓਸੀ ਵਾਸਤੇ ਇੱਥੇ ਨਜਾਇਜ਼ ਜਿਹੜਾ ਫੀਸ ਲਿੱਤੀ ਜਾਂਦੀ ਹੈ ਔਰ ਫਿਰ ਵੀ ਨਹੀਂ ਕੀਤਾ ਜਾਂਦਾ। ਸਾਡਾ ਰੋਸ ਜਿਹੜਾ ਰੈਵਨਿਊ ਨਾਲ ਵੀ ਹੈ, ਰੈਵਨਿਊ ਡਿਪਾਰਟਮੈਂਟ ਨਾਲ ਹੀ ਹੈ ਔਰ ਲੋਕਲ ਬੋਡੀ ਨਾਲ। ਤੁਸੀਂ ਇੱਕ ਰੋਕ ਲਾਇਆ ਵੀ ਜਿਹੜੇ ਐਨਓਸੀ ਤੋਂ ਬਿਨਾਂ ਜਿਹੜਾ ਪੈਸੇ ਲੈ ਕੇ ਕੰਮ ਹੋ ਰਿਹਾ ਉਹ ਬਿਲਕੁਲ ਸਹੀ ਹੈ। ਦੇਖੋ ਉਹਦੇ ਤੱਥੇ ਸਹੀ ਨੇ, ਇਹਦੀ ਜਾਂਚ ਕੀਤੀ ਜਾਏ, ਉਹ ਸਭ ਪਤਾ ਲੱਗ ਜਾਏਗਾ ਇਹਨਾਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਰੈਗੂਲਾਈਜ਼ ਹੋਏ ਬਿਨਾਂ ਹੋਈਆਂ ਨੇ ਉਹ ਕਿਵੇਂ ਹੋ ਗਈਆਂ ਨੇ, ਔਰ ਜਿਨ੍ਹਾਂ ਦੀ ਰੋਕ ਰਹੀਆਂ ਨੇ ਉਹਨਾਂ ਕੋਲ ਨਾਜਾਇਜ਼ ਪੈਸੇ ਕਿਉਂ ਲਿੱਤੇ ਜਾ ਰਹੇ ਨੇ, ਉਹ ਚੀਜ਼। ਔਰ ਦੇਖੋ ਰੂਲ ਜਿਹੜਾ ਸੀ ਬਣਾਇਆ ਇਹਨਾਂ ਨੇ 7:30 ਵਜੇ ਤੋਂ 2 ਵਜੇ ਦਾ, ਮੈਨੂੰ ਦੱਸੋ 7:30 ਤੋਂ 2 ਦਾ ਬਣਾਇਆ, ਇੱਥੇ 7:30 ਵਜੇ 10 ਵਜੇ ਤੱਕ ਤਾਂ ਕੋਈ ਹੁੰਦਾ ਹੀ ਨਹੀਂ। ਤਹਿਸੀਲਦਾਰ ਸਾਹਿਬ 10 ਵਜੇ ਦੀ ਫੋਟੋ ਖਿੱਚੀ ਹੋਈ ਹੈ, 10 ਵਜੇ ਤੱਕ ਕੋਈ ਵੀ ਨਹੀਂ ਸੀਗਾ ਇੱਥੇ। 12:30 ਵਜੇ 2 ਵਜੇ ਤੱਕ ਦਾ ਟਾਈਮ ਹੈ ਇੱਥੇ। ਸਾਡੀ ਮੰਗ ਵੀ ਜੋ ਪਹਿਲੇ ਸੀਗਾ ਸਿਸਟਮ, ਦੇਖੋ ਅਕਾਲੀ ਭਾਜਪਾ ਸਰਕਾਰ ਆਈ, ਕਾਂਗਰਸ ਸਰਕਾਰ ਆਈ, ਓਨਰਸ਼ਿਪ ਪ੍ਰੂਫ ਦੇ ਨਾਲ ਰਜਿਸਟਰੀਆਂ ਹੋਣ। ਅਸੀਂ ਤੇ ਉਹੀ ਗੱਲ ਤੇ ਆ ਵੀ ਓਨਰਸ਼ਿਪ ਪ੍ਰੂਫ ਦੇ ਨਾਲ ਰਜਿਸਟਰੀਆਂ ਹੋਣ। ਜਿਹੜੀ ਇਹਨਾਂ ਨੇ ਰੈਗੂਲਾਈਜ਼ ਪਾਲਿਸੀ ਬਣਾਈ ਨੂੰ ਸੌਖਾ ਕੀਤਾ ਜਾਏ, ਐਨਓਸੀ ਦੀ ਫੀਸ ਜਿਹੜੀ ਲੈਣੀ ਉਹ ਇੱਥੇ ਲਿੱਤੀ ਜਾਏ। ਉਹਦੇ ਵਾਸਤੇ ਫਾਰਮੈਲਿਟੀਆਂ ਨਾ 10 ਤਰ੍ਹਾਂ ਦੀ ਫਾਰਮੈਲਿਟੀਆਂ ਨੇ। ਆਰਕੀਟੈਕਟ ਕਰਦੀ ਹੈ ਜੀ, ਆਰਕੀਟੈਕਟ 2018 ਤੋਂ ਪਹਿਲੇ ਦੀ ਇਹ ਕਹਿੰਦੇ ਸੀ ਰਜਿਸਟਰੀ, ਪਾਪਰਾ ਐਕਟ ਵੀ ਕਹਿੰਦੇ ਸੀ ਬਣਾਇਆ, ਉਹਨਾਂ ਨੂੰ ਇਹਨਾਂ ਨੇ ਆਪ ਹੀ ਕੀਤਾ, ਲੇਕਿਨ ਉਸ ਸਿਸਟਮ ਦੇ ਨਾਲ ਵੀ ਨਹੀਂ ਚੱਲ ਰਹੇ। 3 ਮਹੀਨੇ ਤੋਂ ਪਰੇਸ਼ਾਨ ਹੋ ਰਹੇ ਨੇ। ਇੱਕ ਉਹ ਬਿਆਨ ਦਿਖਾਇਓ ਸੀਐਮ ਸਾਹਿਬ ਦੇ, ਉਹਦੇ ਸਾਰਿਆਂ ਦੇ ਹੋਣੇ ਮੋਬਾਈਲ 'ਚ, ਜਿਨ੍ਹਾਂ ਨੇ ਸੈਸ਼ਨ 'ਚ ਕਿਹਾ, ਯਾਨੀ ਕਿ ਸਭ ਨੂੰ ਪਤਾ ਹੈ ਜੀ, ਪੂਰਾ ਪਤਾ ਹੀ ਹੈ ਖਤਮ ਕੀਤਾ ਜਾਏਗਾ, ਝੂਠਾ ਵਾਅਦਾ ਕੀਤਾ। ਮਤਲਬ ਉਹਦੇ ਨਾਲ ਸਾਰੇ ਹੀ ਸਾਡੇ ਬੰਦੇ ਬਹੁਤ ਪਰੇਸ਼ਾਨ ਨੇ ਕਿਸੇ ਕੰਮ। ਸਾਡਾ ਦੇਖੋ ਪ੍ਰੋਪਰਟੀ ਮੰਗ ਅਸਲੀ ਮੰਗ ਇਹ ਹੈ ਵੀ ਜਿਹਨਾਂ ਦੇ ਨਕਸ਼ੇ ਪਾਸ ਆ ਉਹਨਾਂ ਦੀ ਕਿਸੇ ਦੀ ਐਨਓਸੀ ਦੀ ਜ਼ਰੂਰਤ ਨਹੀਂ ਹੈ, ਬੰਦ ਕਰੀ ਜਾਏ। ਪਰ ਜਿਹੜੀ ਕਲੋਨੀਆਂ ਉਹਨਾਂ ਦੇ ਨਕਸ਼ੇ ਪਾਸ ਕਰੀ ਆ, ਉਹਨਾਂ ਦੇ ਕੋਈ ਨਕਸ਼ੇ ਨਹੀਂ ਪਾਸ ਹੋ ਰਹੇ, ਕੋਈ ਕੁਝ ਨਹੀਂ ਹੋ ਰਿਹਾ। ਆਰਕੀਟੈਕਟ ਕੋਲ ਜਾਂਦੇ ਆ, ਉਹ ਲਾਰੇ ਲਾ ਦਿੰਦੇ ਆ, ਅੱਜ ਹੋ ਜਾਊਗਾ ਕੱਲ੍ਹ ਹੋ ਜਾਊਗਾ। ਜਿਹਨਾਂ ਦੇ ਬੈਨੇ ਹੋਏ ਵੀ ਤਾਂ ਬੈਨੇ ਫਸੇ ਬੈਠੇ ਆ ਲੋਕਾਂ ਦੇ। ਪਾਰਟੀਆਂ ਇਹੋ ਜਿਹੀਆਂ ਕਿ ਉਹ ਬੈਨੇ ਕੇ ਪੈਸੇ ਵੀ ਨਹੀਂ ਮੋੜ ਰਹੀਆਂ ਹੈਗੀਆਂ। ਅਰੇ ਕਹਿੰਦੇ ਤੁਸੀਂ ਰਜਿਸਟਰੀ ਕਰਾਓ, ਰਜਿਸਟਰੀ ਇੱਥੇ ਬਗੈਰ ਨਕਸ਼ੇ ਦੇ ਕਰਦੇ ਨਹੀਂ ਹੈਗੇ। 12-1 ਵਜੇ ਤੱਕ ਇੱਥੇ ਰਜਿਸਟਰੀ ਹੋ ਰਹੀ ਹੈ। ਦੇਖੋ ਇਹ ਕੋਈ ਜਾਇਜ਼ ਗੱਲ ਥੋੜੀ। 1-1.5 ਵਜੇ ਤੱਕ ਰਜਿਸਟਰੀ ਕਿਹੜਾ ਗਵਰਨਮੈਂਟ ਦਾ ਸਰਕਾਰੀ ਟਾਈਮ ਹੈ ਵੀ ਰਾਤ ਨੂੰ 1 ਵਜੇ ਤੱਕ ਤਹਿਸੀਲ ਖੁੱਲ੍ਹਦੀ ਹੈ। ਪੈਸੇ ਲੈ ਕੇ ਰਜਿਸਟਰੀਆਂ ਹੋਈ ਜਾਂਦੀਆਂ, ਬਗੈਰ ਪੈਸੇ ਤੋਂ ਰਜਿਸਟਰੀ ਨਹੀਂ ਹੁੰਦੀ। ਅਸੀਂ ਵਿਰੋਧ ਕਰ ਰਹੇ ਹਾਂ ਉਸ ਚੀਜ਼ ਦੇ। ਅਸੀਂ ਤਾਂ ਮੰਗ ਕਰ ਰਹੇ ਹਾਂ, ਦੇਖੋ ਜਿਹੜੀ ਕਲੋਨੀਆਂ 90% ਡਿਵੈਲਪਮੈਂਟ ਹੋ ਚੁੱਕੀਆਂ, ਦੇਖੋ 2018 ਤੋਂ ਬਾਅਦ ਇਹ ਪਾਲਿਸੀ ਲਿਆਏ ਆ, ਜਿਹੜੀ 2018 ਤੋਂ ਬਾਅਦ ਹੀ ਰਜਿਸਟਰੀਆਂ ਹੋਈਆਂ, ਉਹਨਾਂ ਦੇ ਕਿੱਦਾਂ ਨਕਸ਼ੇ ਪਾਸ ਕਰੂੰਗੇ? ਕੱਟਣੇ ਵਾਲੇ ਵੀ ਇਹੀ ਆ, ਨਕਸ਼ੇ ਪਾਸ ਕਰਨ ਵਾਲੇ ਵੀ ਇਹੀ ਆ। ਪਹਿਲਾਂ ਵੀ ਗਵਰਨਮੈਂਟ ਇਹਨਾਂ ਨੇ ਨਕਸ਼ੇ ਪਾਸ ਕਰੇ ਆ, ਇਹੀ ਅਫਸਰ ਸੀਗੇ, ਇਹੀ ਉਹ ਸੀਗਾ। ਇਹਨਾਂ ਨੇ ਇਹ ਬੈਨ ਲਾ ਦੇ ਨਕਸ਼ਿਆਂ ਦੇ ਉੱਪਰ, ਅਸੀਂ ਨਕਸ਼ੇ ਨਹੀਂ ਪਾਸ ਕਰਦੇ ਹੈਗੇ, ਉਹ ਨਹੀਂ ਕਰਦੇ ਹੈਗੇ। ਦੇਖੋ ਸਾਰੀ ਕਲੋਨੀਆਂ ਤੁਸੀਂ ਇੱਥੇ ਲੋਕਲ ਰਹਿ ਰਹੇ ਆ, ਦੇਖ ਹੀ ਰਹੇ ਆ, ਬਾਦਲ ਕਲੋਨੀ, ਗੋਲਡਨ, ਸਾਰੀ ਆਟੋਮੈਟਿਕ ਕਲੋਨੀਆਂ 90% ਇਹ ਡਿਵੈਲਪਮੈਂਟ ਆ। ਸਾਡੀ ਮੰਗ ਇਹੀ ਹੈ ਵੀ ਉਹਨਾਂ ਪਲਾਟਾਂ ਕਲੋਨੀਆਂ 'ਚ 1-2 ਪਲਾਟ ਕਰਦੀਆਂ, ਉਹਨਾਂ ਦੇ 30 ਨਕਸ਼ੇ ਦੀ ਫੀਸ सर मैं ये कह रहा हूँ जी,
नक्शा पास हो, जिसका प्रॉपर्टी टैक्स हो, उसकी रजिस्ट्री होनी चाहिए। एनओसी का कोई मतलब नहीं है जी। एनओसी में क्या लिखते हैं ये, भाई इस प्रॉपर्टी का नक्शा पास है, इसका प्रॉपर्टी टैक्स है, इसमें यही लिखते हैं जी। ये आप एनओसी बंद कर दो, उसमें नक्शा दे रहे हैं हम, प्रॉपर्टी टैक्स दे रहे हैं, हमारी रजिस्ट्री होनी चाहिए जी। एनओसी अब इन्होंने कर दी ऑनलाइन जी, आर्किटेक्ट के थ्रू अप्लाई करो जी। 10,000 रुपये लेता है जी आर्किटेक्ट ऑनलाइन एनओसी अप्लाई करने के जी। जो गरीब आदमी मर झड़ के प्लाट खरीदता है जी, वो 10,000 रुपये आर्किटेक्ट को देगा जी। 1.5 महीने उनके चक्कर काटता रहेगा जी एनओसी के लिए। एनओसी होती नहीं जी, फिर 1 लाख रुपए चढ़ावा चढ़ाओ, रजिस्ट्री कराओ जी। 200 रुपये फीस है जी, 200 रुपये एनओसी की फीस है, और आर्किटेक्ट उसके 10,000 रुपये लेता है जी गरीब आदमी से। वो कहाँ से देगा जी 10,000 रुपये जी। इनको सिर्फ ये होना चाहिए भी नक्शा पास हो, प्रॉपर्टी टैक्स जमा हो, रजिस्ट्री हो जानी चाहिए। एनओसी का कोई मतलब नहीं है। 10,000 रुपये किस चीज़ का लेते हैं? आर्किटेक्ट एनओसी अप्लाई करने के जी, अप्लाई करने के 10,000 रुपये लेते हैं। बिना पैसे इन्होंने, आम पार्टी ने बोला था हम रिश्वत बंद कर देंगे, भ्रष्टाचारी बंद कर देंगे, इन्होंने करप्शन बढ़ा दी जी। चोरा दी सरकार, पंजाब सरकार, पंजाब सरकार, ये चोरों की सरकार आ गई जी। इन्होंने एनओसी, प्रॉपर्टी टैक्स वालों ने जमाई गुंडागर्दी मचा रखी है जी। उसके 100 का डॉक्यूमेंट मांगते हैं जी, ये डॉक्यूमेंट ले आओ, वो डॉक्यूमेंट लेके आओ। उनको अगर 5,000 रुपए दे दो प्रॉपर्टी टैक्स वालों को, फिर तो प्रॉपर्टी टैक्स जमा हो जाता है जी। जेड़ा बंदा पैसे नहीं देता, मैं खुद 1.5 महीना चक्कर काटता रहा जी, मेरा प्रॉपर्टी टैक्स जमा नहीं हुआ। जब मैंने 10,000 पैसे दो एनओसी के लिए, प्रॉपर्टी टैक्स जमा कराना है, उनको रिश्वत दो, फिर प्रॉपर्टी टैक्स जमा होएगा। नक्शा पास कराना है, नक्शे पैसे वालों को पैसे दो जी, 50,000 रुपए दो जी, एडीसी को, फलाने को दो जी। आर्किटेक्ट बोलते हैं हमारे को जी 50,000 रुपए लगेंगे तब नक्शा पास होएगा जी। ये तो तीनों चीजों में इन्होंने भ्रष्टाचार मचा दिया जी। ये कह रहे हम भ्रष्टाचार खत्म करेंगे, इन्होंने भ्रष्टाचार और बढ़ा दिया जी। ये तो कोई तुक नहीं है जी। पहले भी तो लीगल कॉलोनियां हैं जी। एक कॉलोनी है उसमें 90 मकान बड़े हुए हैं, 10 प्लाट बचे हैं, वो अवैध हो गए जी। उन कानून के वो गलत है जी। उसमें सारी सहूलत गवर्नमेंट ने, पानी दे रखा है, सीवरेज दे रखा है, नक्शे पास है, तो वो प्लाट पड़े उनके भी नक्शे पास करो, रजिस्ट्री कराओ। उसकी एनओसी का क्या लॉजिक है जी? क्या एनओसी में है क्या? कुछ भी नहीं है जी। ये तो लोगों से पैसे हटने का इन्होंने एक जरिया बना लिया। ਜਿਹੜੇ ਤੁਸੀਂ ਦੋਸ਼ ਲਗਾ ਰਹੇ ਹੋ ਪੈਸੇ ਲੈਣ ਦਾ, ਕੋਈ ਤੁਹਾਡੇ ਕੋਲ ਇਸ ਦਾ ਕੋਈ नहीं, कोई एविडेंस प्रूफ नहीं है सर, कोई प्रूफ देते नहीं है। बंदे इन्होंने हायर कर रखे हैं बाहर से बंदे आते हैं, वो पैसे लेते हैं, अपनी जेब में डालते हैं। ना जी नाम कोई नहीं है जी, कोई किस नाम बेस नहीं पे बता ਤੁਸੀਂ सकते दोष जी। लगा रहे हो? किस बेस पे दोष लगा रहे हो? हमने खुद दिए हैं जी, लोगों के थ्रू दिए हैं जी। किसको दिए हैं? बाबू जी ऐसे तो क्या नाम ले किसी का जी। ਸਰ ਕੀ ਨਾਮ ਹੈ ਜੀ? ਮੇਰਾ ਨਾਮ ਮਨੀਸ਼ ਧੰਦੇ ਪ੍ਰੋਪਰਟੀਜ਼ ਜ਼ੀਰਕਪੁਰ ਤੋਂ। ਮੈਂ ਨਾ ਸ਼ੁਰੂ ਤੋਂ ਐਕਸਪਲੇਨ ਕਰਦਾ, ਜਿਸ ਤਰ੍ਹਾਂ ਇਹਨਾਂ ਨੇ ਪਾਲਿਸੀ ਬਣਾਈ ਵੀ 2018 ਤੋਂ ਪਹਿਲਾਂ ਜਿਹੜੀ ਰਜਿਸਟਰੀ ਉਹ ਸੇਮ ਅਸੀਂ ਪਾਸ ਕਰਾਂਗੇ ਵੀ 2021 ਚ ਹੋਈ ਹੈ, 22 ਚ ਹੋਈ ਹੈ ਜਾਂ 23 ਚ ਹੋਈ ਹੈ। ਤਾਂ ਹੁਣ ਪਿਛਲੇ 1.5 ਮਹੀਨੇ ਤੋਂ ਪਾਲਿਸੀ ਵੀ ਪਾਸ ਹੋ ਚੁੱਕੀ ਹੈ ਵੀ 2023 ਤੱਕ ਜਿਹੜੀਆਂ ਰਜਿਸਟਰੀਆਂ ਹੋ ਗਈਆਂ ਉਹਨਾਂ ਨੂੰ ਐਜ਼ ਇਟ ਇਜ਼ ਮੰਨਿਆ ਜਾਵੇ। ਉਹ ਪਾਲਿਸੀ ਆਉਣ ਨੂੰ ਵੀ 2-3 ਮਹੀਨੇ ਅੱਜ ਹੋ ਗਏ। ਤੇ ਇੱਕ ਹੁਣ ਨਵਾਂ ਇਹਨਾਂ ਨੇ ਪੰਗਾ ਸ਼ੁਰੂ ਕਰਤਾ ਹੈ, ਜਿਸ ਤਰ੍ਹਾਂ ਆਪਾਂ 500 ਗਜ਼ ਦਾ ਪਲਾਟ ਹੈ ਕਿਸੇ ਦਾ, ਉਹਨਾਂ ਨੂੰ 200 ਗਜ਼ ਵੇਚਣ ਦੀ ਲੋੜ ਹੈ ਜਾਂ 300 ਗਜ਼ ਵੇਚਣ ਦੀ, ਉਹਨਾਂ ਨੇ ਆਪਣੇ ਫੈਮਿਲੀ ਦੇ ਨਾਮ ਟ੍ਰਾਂਸਫਰ ਕਰਾਤੇ, 100 ਬੇਟੇ ਦੇ ਨਾਮ, 100 ਮਦਰ ਦੇ ਨਾਮ। ਉਹ ਨਕਸ਼ੇ ਪਹਿਲਾਂ ਪਾਸ ਹੁੰਦੇ ਸੀ ਜੀ, ਉਹ ਵੀ ਬੰਦ ਕਰਤੇ ਇਹਨਾਂ ਨੇ। डिवीजन बंद कर ਵੀ दी, ਉਹ ਕਹਿ ਰਹੇ ਵੀ ਫੈਮਿਲੀ 'ਚ ਵੀ ਅਸੀਂ ਟ੍ਰਾਂਸਫਰ ਨਹੀਂ ਕਰਾਂਗੇ ਜੀ। ਦੱਸੋ ਹੁਣ ਬੰਦਾ डिवीजन ਕਿੱਥੇ बंद ਜਾਵੇ? कर दी, सब डिवीजन बंद कर ਹੁਣ दी। ਜਿੱਥੇ 80 ਗਜ਼ ਦੇ ਮਕਾਨ ਬਣ ਗਏ, ਉੱਥੇ 500 ਗਜ਼ ਦੀ ਕੋਠੀ ਬਣਾਉਣ ਕੌਣ ਆਏਗਾ ਜੀ? ਇਹ ਮੇਨ ਪ੍ਰੋਬਲਮਸ ਨੇ ਸਾਡੀਆਂ। ਮਤਲਬ ਇਹ ਜਿਹੜੀ ਫੈਮਿਲੀ ਟ੍ਰਾਂਸਫਰ ਬੰਦ ਕੀਤੀ ਹੈ, ਇਹਦੇ ਕਰਕੇ ਤਾਂ ਜ਼ਿਆਦਾ ਦਿੱਕਤ ਹੋ ਗਈ ਜੀ। ਹੁਣ ਜਿੰਨੀ ਟ੍ਰਾਂਜੈਕਸ਼ਨਾਂ ਹੋ ਰਹੀਆਂ ਸੀ ਉਹ ਵੀ ਬੰਦ ਹੋ ਚੁੱਕੀਆਂ ਨੇ। ਇਹ ਜ਼ਿਆਦਾ ਦਿੱਕਤ ਹੈ। ਮੰਗ ਕੀ ਹੈ ਜੀ ਤੁਹਾਡੀ? ਮੰਗ ਹੈ ਜੀ 2023 ਪਾਲਿਸੀ ਲਿਆਈ ਜਾਵੇ ਨਾ ਜੀ। 2023 ਪਾਲਿਸੀ ਬਣੀ ਪਈ ਹੈ, ਉਹ ਇਹਦੇ ਲਾਗੂ ਕਿਉਂ ਨਹੀਂ ਕਰ ਰਹੇ ਜੀ? ਇਹ ਸਾਡੀ ਮੰਗ ਹੈ। साडी मांग है ਅੱਜ ਡੀਲਰ ਐਸੋਸੀਏਸ਼ਨ ਨੇ ਧਰਨਾ ਦਿੱਤਾ ਹੈ। ਉਹ ਕਹਿੰਦੇ ਨੇ ਬਗੈਰ ਐਨਓਸੀ ਦੀਆਂ ਰਜਿਸਟਰੀਆਂ ਹੋਣੀਆਂ ਚਾਹੀਦੀਆਂ ਨੇ, ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ। ਇਸ 'ਚ ਦੇਖੋ ਸਰਕਾਰ ਨੇ ਪਾਲਿਸੀ ਪਿਛਲੇ ਸਮੇਂ 'ਚ ਜਾਰੀ ਕੀਤੀ ਸੀ। ਸਾਡੇ ਵੱਲੋਂ ਤਾਂ ਜਿਹੜੀਆਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਪਾਲਿਸੀ ਦੇ ਮੁਤਾਬਕ ਕੀਤੀਆਂ ਜਾਂਦੀਆਂ। ਠੀਕ ਉਹ ਇਹਨਾਂ ਦੀ ਇੱਕ ਆਪਦੀ ਮੰਗ ਆ। ਜੇ ਮੈਨੂੰ ਮੈਮੋਰੈਂਡਮ ਦੇਣਗੇ ਤਾਂ ਮੈਂ ਪੰਜਾਬ ਸਰਕਾਰ ਨੂੰ ਭੇਜ ਦੂੰਗਾ। ਧਰਨਾ ਲਾਉਣਾ ਜਾਂ ਐਜੀਟੇਸ਼ਨ ਕਰਨਾ ਹਰ ਬੰਦੇ ਦਾ ਇੱਕ ਹੱਕ ਆ, ਤੇ ਜੋ ਪਾਲਿਸੀ ਹੁੰਦੀ ਹੈ ਅਸੀਂ ਪਾਲਿਸੀ ਤੋਂ ਬਾਹਰ ਜਾ ਕੇ ਤਾਂ ਕੁਝ ਕਰ ਨਹੀਂ ਸਕਦੇ। ਇੱਕ ਤਰ੍ਹਾਂ ਰੋਪ ਲਗਾ ਰਹੇ ਕਹਿੰਦੇ ਵੀ ਕੁਝ ਕੁ ਬੰਦੇ ਦੇ ਪੈਸੇ ਲੈ ਕੇ ਰਜਿਸਟਰੀ ਕੀਤੀ ਜਾ ਰਹੀ ਹੈ, ਐਨਓਸੀ ਜਿਹੜੀ ਹੈ ਨਹੀਂ। ਵਿਦਆਊਟ ਐਨਓਸੀ ਕੀਤਾ ਜਾ ਨਹੀਂ ਰਿਹਾ। ਨਹੀਂ ਮਤਲਬ ਹੀ ਨਹੀਂ ਬਾਈ ਜੀ। ਮੇਰੇ ਕੋਲ ਜੋ ਐਜ਼ ਪਰ ਲਾਅ ਦੇਖੋ ਜੋ ਪਾਲਿਸੀ ਕਹਿੰਦੀ ਹੈ ਉਹਦੇ ਮੁਤਾਬਕ ਰਜਿਸਟਰੀ ਕੀਤੀ ਜਾਂਦੀ। ਦੇਖੋ ਜਿਹੜੀ ਬਿਨਾਂ ਐਨਓਸੀ ਤੋਂ ਜਿੱਥੇ ਤੱਕ ਗੱਲ ਆ 1995 ਤੋਂ ਪਹਿਲਾਂ ਜਿਹੜੇ ਵੀ ਕੋਈ ਪਲਾਟ ਵਿਕੇ ਹੈ ਤਾਂ ਉਹ 'ਚ ਕਲੀਅਰ ਕੱਟ ਇੰਸਟਰਕਸ਼ਨਾਂ ਤੁਹਾਨੂੰ ਮੈਂ ਦੇ ਦਿੰਦਾ। ਜੇ ਇੰਸਟਰਕਸ਼ਨ ਮੁਤਾਬਕ ਰਜਿਸਟਰੀ ਹੋਊਗੀ ਵੀ ਜੇ ਬਿਨਾਂ ਐਨਓਸੀ ਤੋਂ ਹੋਊਗੀ, ਅਦਰਵਾਈਜ਼ ਤਾਂ ਕੋਈ ਕੱਲੀ ਰਜਿਸਟਰੀ ਚੈੱਕ ਕਰਕੇ ਐਨਓਸੀ ਨਾਲ ਲਵਾ ਕੇ ਕੀਤੀ ਜਾਂਦੀ ਹੈ। ਸਰ ਇਹਨਾਂ ਦੇ ਵੀ ਕਹਿਣਾ ਵੀ ਜਿਵੇਂ ਕਿ ਪਹਿਲਾਂ ਰਜਿਸਟਰੀਆਂ ਹੋਈਆਂ ਮੰਨ ਲਓ ਕਿ ਫਲੋਰ ਵਾਈਜ਼ ਹੋ ਗਈ ਹੈ, ਉਹਨਾਂ ਨੇ ਮਤਲਬ ਸਰਕਾਰ ਨੂੰ ਫੀਸ ਵੀ ਭਰ ਦਿੱਤੀ ਹੈ, ਪਰ ਉਹ ਦੁਬਾਰਾ ਜਿਹੜੀਆਂ ਹੈਗੀਆਂ ਜਿਹੜੇ ਲੋਕ ਰਹਿ ਰਹੇ ਹਨ ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਅੱਗੇ ਕੰਮ ਨਹੀਂ ਹੋ ਪਾ ਰਿਹਾ?
ਜਦ ਕਿ ਫੀਸਾਂ 2-3 ਵਾਰੀ ਭਰ ਚੁੱਕੇ ਆ ਸਰਕਾਰ ਨੇ। ਯਾਰ ਫੀਸਾਂ ਬਾਰੇ ਜਿਹੜਾ ਹੈ ਉਹ ਸਭ ਨੂੰ ਤੁਸੀਂ ਪੁੱਛ ਲਓ ਵੀ ਕਿਉਂ ਕਿੰਨੀਆਂ ਕਿਵੇਂ ਨਹੀਂ ਭਰੀਆਂ ਆਪਾਂ ਨੇ ਰੈਵਨਿਊ ਦੀ ਫੀਸ ਕਹਿ ਰਹੇ ਹਾਂ। ਕਿਵੇਂ। ਹਾਂ ਦੱਸੋ ਰੈਵਨਿਊ ਦੀ ਫੀਸ ਕੀ। ਨਹੀਂ, ਜਿਵੇਂ ਰੈਵਨਿਊ ਦੀ ਫੀਸ ਇੱਕ ਵਾਰੀ ਰਜਿਸਟਰੀ ਕਰਾ ਲਈ, 2 ਵਾਰੀ ਕਰਾ ਲਈ ਸਰ, ਉਸ ਤੋਂ ਇਹਨਾਂ ਦਾ ਕਹਿਣਾ ਜਿਹੜੇ ਤੀਜੀ ਵਾਰੀ ਕਿਉਂ ਨਹੀਂ ਹੋ ਰਹੀ ਉਹਦੀ ਕਾਰਨ ਕੀ ਹੈ? ਜਿਹੜੇ 3-3 ਮੰਜ਼ਲੇ ਫਲੈਟ ਵੀ ਬਣੇ ਹੋਏ ਨੇ, ਕੁਝ ਪਹਿਲਾਂ ਹੀ ਆਲਰੇਡੀ ਵਿਕੇ ਹੋਏ ਨੇ, ਉਹਨਾਂ ਦੀ ਰਜਿਸਟਰੀਆਂ ਹੋ ਚੁੱਕੀਆਂ ਨੇ, ਲੇਕਿਨ ਜਦੋਂ ਉਹ ਹੁਣ ਰਜਿਸਟਰੀ ਕਰਾਉਣ ਆਉਂਦੇ ਨੇ ਤਾਂ ਉਹਨਾਂ ਨੂੰ ਨਾ ਐਨਓਸੀ ਮਿਲਦੀ ਹੈ ਨਾ ਉਹਨਾਂ ਦੀ ਰਜਿਸਟਰੀ ਹੁੰਦੀ। ਨਹੀਂ, ਜਿੱਥੇ ਤੱਕ ਐਨਓਸੀ ਦੀ ਗੱਲ ਆ, ਦੇਖੋ ਜੇ ਉਹਦੇ ਕੋਲ ਬੰਦੇ ਕੋਲ ਪਲਾਟ ਦਾ ਐਨਓਸੀ ਹੈ ਤੇ ਉਹਦੀ ਜੇ ਕਿਤੇ ਪਹਿਲਾ ਫਲੋਰ ਦੀ ਰਜਿਸਟਰੀ ਹੋਈ ਤਾਂ ਅਸੀਂ ਕਰੀ ਜਾਂਦੇ ਹਾਂ, ਉਹ ਤਾਂ ਰਜਿਸਟਰੀ ਕਰ ਦਿੰਦੇ ਹਾਂ। ਰੀਸੇਲ ਆਲਰੇਡੀ ਪਹਿਲਾਂ ਹੋ ਹੀ ਚੁੱਕੀ ਹੈ, ਮਤਲਬ ਕਾਨੂੰਨ ਦੇ ਮੁਤਾਬਿਕ ਜਿਹੜੀ ਚੀਜ਼ ਨਹੀਂ ਹੈ ਉਹਦੀ ਰਜਿਸਟਰੀ ਨਹੀਂ ਹੈ। ਹਾਂ ਜਿਹੜੀ ਐਜ਼ ਪਰ ਲਾਅ, ਦੇਖੋ ਐਜ਼ ਪਰ ਲਾਅ ਤੋਂ ਬਾਹਰ ਜਾ ਕੇ ਤਾਂ ਕੋਈ ਰਜਿਸਟਰੀ ਨਹੀਂ ਹੋ ਰਹੀ, ਨਾ ਹੀ ਕਰੀਏ ਅਸੀਂ। ਠੀਕ ਹੈ, ਜੇ ਕੋਈ ਰਜਿਸਟਰੀ ਜਿਹੜੀ ਇਹ ਗੱਲ ਕਰਦੇ ਐਨਓਸੀ ਤੋਂ ਬਿਨਾਂ ਕੋਈ ਹੁੰਦੀ ਹੈ ਤਾਂ 1995 ਤੋਂ ਕਲੀਅਰ ਕੱਟ ਇੰਸਟਰਕਸ਼ਨਾਂ, ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇੰਸਟਰਕਸ਼ਨਾਂ ਦੇ ਦਿੰਦਾ ਹੁਣੇ। ਤੇ ਸਰਕਾਰ ਤੱਕ ਇਹਨਾਂ ਦੀ ਆਵਾਜ਼ ਸਰ ਕਿਵੇਂ ਪਹੁੰਚੇਗੀ ਤੁਹਾਡੇ ਕੋਲ? ਸਰ ਮੈਨੂੰ ਮੈਮੋਰੈਂਡਮ ਦੇਣਗੇ ਇਹ, ਜਦੋਂ ਮੈਨੂੰ ਇਹ ਮੈਮੋਰੈਂਡਮ ਦੇਣਗੇ ਮੈਂ ਨਾਲ ਦੀ ਨਾਲ ਹੀ ਇਹਨਾਂ ਦਾ ਮੈਮੋਰੈਂਡਮ ਸਰਕਾਰ ਤੱਕ ਜ਼ਰੀਆ ਹੁੰਦਾ ਸਰਕਾਰ ਦਾ, ਮੈਂ ਜਿਵੇਂ ਮਾਨਯੋਗ ਐਸਡੀਐਮ ਸਾਹਿਬ ਨੂੰ ਭੇਜੂਗਾ, ਐਸਡੀਐਮ ਸਾਹਿਬ ਡੀ ਸਾਹਿਬ ਨੂੰ ਭੇਜ ਦੇਣਗੇ, ਡੀ ਸਾਹਿਬ ਸਿੱਧਾ ਸਰਕਾਰ ਨੂੰ ਭੇਜ ਦੇਣਗੇ ਜ਼ਰੀਆ, ਉਸ ਜ਼ਰੀਏ ਰਾਹੀਂ ਅਸੀਂ ਇਹਨਾਂ ਨੂੰ ਮੈਮੋਰੈਂਡਮ ਜੋ ਵੀ ਇਹਨਾਂ ਦੀਆਂ ਮੰਗਾਂ ਅਸੀਂ ਭੇਜਣਾ ਸਾਡਾ ਕੰਮ ਆ। ਇੱਕ ਸਰਕਾਰ ਨੇ 2023 ਦੀ ਜਿਹੜੀ ਪਾਲਿਸੀ ਬਣਾਈ ਹੋਈ ਸੀਗੀ ਇਹਨਾਂ ਨੂੰ ਅਨਆਥੋਰਾਈਜ਼ਡ ਕਲੋਨੀ ਨੂੰ ਲੈ ਕੇ, ਉਹ ਉਮੀਦ ਹੈ ਜੀ ਕੋਈ ਜਲਦੀ ਆਉਣ ਦੀ? ਸਭ ਦੇਖੋ ਇਹਦੇ ਤੇ ਮੈਂ ਕੋਈ ਟਿਕਟ ਨਹੀਂ ਕਰ ਸਕਦਾ। ਕਾਰਨ ਕੀ ਹੈ ਵੀ ਇਹ ਲੋਕਲ ਬੋਡੀਜ਼ ਦਾ ਕੰਮ ਆ ਜਾਂ ਗਮਾਡਾ ਦਾ ਕੰਮ ਆ, ਪਾਲਿਸੀ ਦਾ ਇਹ ਪਾਲਿਸੀ ਮੈਟਰ ਆ। ਠੀਕ ਹੈ ਨਾ, ਮੇਰੇ ਕੋਲ ਜਿੱਦੇ ਪਾਲਿਸੀ ਜਿਹੜੀ ਆ ਜੂਗੀ ਅਸੀਂ ਉਸ ਨੂੰ ਮੰਨ ਕੇ, ਉਸ ਪਾਲਿਸੀ ਨੂੰ ਮੰਨ ਕੇ ਰਜਿਸਟਰੀਆਂ ਕਰ ਦਾਂਗੇ। ਸਾਡੇ ਵੱਲੋਂ ਜੋ ਵੀ ਸਰਕਾਰ ਪਾਲਿਸੀ ਦਊਗੀ ਜਾਂ ਜੋ ਵੀ ਸਾਨੂੰ ਕੋਈ ਆਰਡਰ ਆਉਣਗੇ ਅਸੀਂ ਉਹਨਾਂ ਹੁਕਮਾਂ ਦੀ ਇਹਨਾਂ ਨੂੰ ਪਾਲਣਾ ਕਰਾਂਗੇ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਤੱਕ ਪ੍ਰੋਟੈਸਟ ਦੀ ਗੱਲ ਤਾਂ ਨਹੀਂ, ਮੇਰੇ ਉਹ ਨੀਚੇ ਹੋ ਸਕਦਾ ਤਹਿਸੀਲ 'ਚ। ਮੇਰੇ ਕੋਲ ਆਏ ਉਹਨਾਂ ਦੀ ਕੁਝ ਡਿਮਾਂਡਸ ਲੈ ਕੇ ਆਏ ਸੀ, ਜਿਨ੍ਹਾਂ 'ਚੋਂ ਬੇਸਿਕ ਇੱਕ ਡਿਮਾਂਡ ਸੀ ਵੀ ਜਿਹੜਾ ਐਨਓਸੀ ਹੈ, ਪਾਰਟੀਕੂਲਰਲੀ ਕਮਰਸ਼ੀਅਲ ਐਨਓਸੀ ਜਦੋਂ ਅਸੀਂ ਅਪਲਾਈ ਕਰਦੇ ਹਾਂ ਤੇ ਉਹ ਐਨਓਸੀ ਏਡੀਸੀ ਸਾਹਿਬ ਤੱਕ ਜਾਂਦਾ ਹੈ, ਕਿਉਂਕਿ ਕੰਪੀਟੈਂਟ ਅਥਾਰਟੀ ਏਡੀਸੀ ਯੂਡੀ ਨੇ। ਉਹ ਕਹਿੰਦੇ ਵੀ ਜਿੱਥੇ ਨਕਸ਼ਾ ਪਾਸ ਹੈ ਵੀ ਉਹ ਐਨਓਸੀ ਇਸ ਲੈਵਲ 'ਤੇ ਹੋ ਜਾਣਾ ਚਾਹੀਦਾ ਹੈ, ਜ਼ੀਰਕਪੁਰ ਦੇ ਲੈਵਲ 'ਤੇ, ਨਾ ਕਿ ਉਹ ਉੱਪਰ ਜਾਵੇ। ਤੇ ਬਟ ਉਸ ਫਿਰ ਮੈਂ ਉਹਨੂੰ ਬੇਨਤੀ ਕਰੀ ਸੀ ਵੀ ਮੈਂ ਕੰਪੀਟੈਂਟ ਅਥਾਰਟੀ ਨਹੀਂ ਹੈ, ਵੀ ਸਾਨੂੰ ਤੁਸੀਂ ਇਸ ਸਰਕਾਰ ਨੂੰ ਮਿਲੋ ਵੀ ਜੇ ਪੂਰਾ ਮਸਲਾ ਉਸ ਲੈਵਲ 'ਤੇ ਹੱਲ ਹੋਏਗਾ। ਦੂਜਾ ਉਹਨਾਂ ਦਾ ਪੁਆਇੰਟ ਕੰਸਰਨ ਸੀਗਾ ਵੀ ਜਿਹੜੇ ਅਪਲਾਈ ਕਰਨ ਲਈ ਸਾਨੂੰ ਆਰਕੀਟੈਕਟ ਦੇ ਥਰੂ ਜਾਣਾ ਪੈਂਦਾ, ਉਹਦੇ 'ਚ ਹੈਗਾ ਜੀ ਸਿਟੀਜ਼ਨ ਪੋਰਟਲ ਵੀ ਹੈਗਾ ਬਣਿਆ ਹੋਇਆ, ਲੇਕਿਨ ਸਿਟੀਜ਼ਨ ਪੋਰਟਲ ਦੇ ਉੱਤੇ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ। ਅਦਰਵਾਈਜ਼ ਸਿਟੀਜ਼ਨ ਪੋਰਟਲ 'ਤੇ ਤੁਸੀਂ ਆਪਾਂ ਘਰੇ ਬੈਠੇ ਵੀ ਅਪਲਾਈ ਕਰ ਸਕਦੇ ਹਾਂ ਤੇ ਆਪਾਂ ਨੂੰ ਆਰਕੀਟੈਕਟ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ। ਤੇ ਇੱਕ ਇਸ ਤੋਂ ਇਲਾਵਾ ਉਹਨਾਂ ਦੀ ਡਿਮਾਂਡ ਸੀਗੀ ਵੀ ਕੁਝ ਡਿਵੀਜ਼ਨ ਆਫ ਪਲਾਟਸ ਦਾ ਇਸ਼ੂ ਹੈਗਾ। ਡਿਵੀਜ਼ਨ ਆਫ ਪਲਾਟਸ ਦੇ ਵਿੱਚ ਜੋ ਪਾਲਿਸੀ ਹੈ ਉਹ 18 ਸਾਲ ਤੱਕ ਦੀ ਵੈਲਿਡਿਟੀ ਦੀ ਡਿਮਾਂਡ ਕਰਦੀ ਹੈ ਵੀ 2018 ਤੋਂ ਪਹਿਲਾਂ ਦੀ ਹੋਵੇ। ਉਹ ਕਹਿੰਦੇ ਸੀ ਵੀ ਵਿਦਿਨ ਬਲੱਡ ਰਿਲੇਸ਼ਨ ਜਿਹੜੀ ਪਾਰਟੀਸ਼ਨ ਹੈ ਉਹ ਅਲਾਉਡ ਹੋਣੀ ਚਾਹੀਦੀ ਹੈ। ਤੇ ਉਹ ਮੇਰੇ ਲਈ ਵੀ ਖੈਰ ਥੋੜਾ ਨਵਾਂ ਸੀਗਾ ਇਸ਼ੂ, ਤੇ ਉਹਦੇ ਰਿਗਾਰਡਿੰਗ ਵੀ ਜਿਹੜੀ ਹੈ ਡਿਸਕਸ਼ਨ ਮੈਂ ਹਾਇਰ ਅਫਸਰ ਨਾਲ ਕਰਕੇ ਜਿਵੇਂ ਵੀ ਉਹ ਫੈਸਲਾ ਹੋਵੇਗਾ। ਇੱਕ ਸਰ ਐਨਓਸੀ ਨੂੰ ਕਾਫੀ ਟਾਈਮ ਲੱਗਦਾ, ਇਹ ਕਾਰਨ ਉਹ ਐਨਓਸੀ ਦੂਜੀ ਹੈ ਜੀ, ਉਹਨੂੰ ਆਪਾਂ ਐਨਓਸੀ ਕਹਿੰਦੇ ਹਾਂ, ਉਹ ਰੈਗੂਲਰਾਈਜੇਸ਼ਨ ਆਫ ਦਾ ਪਲਾਟ ਹੈ। ਜਿੱਥੇ ਆਪਾਂ ਅਨਆਥੋਰਾਈਜ਼ਡ ਕਲੋਨੀ ਦੇ ਵਿੱਚ ਪਹਿਲਾਂ ਪਲਾਟ ਨੂੰ ਰੈਗੂਲਰਾਈਜ਼ ਕਰਾਉਣਾ ਹੁੰਦਾ, ਉਹ ਜਿਹੜੀ ਰੈਗੂਲਰਾਈਜੇਸ਼ਨ ਆ ਉਹ ਇਸ ਤਰ੍ਹਾਂ ਹੀ ਹੈਗਾ ਵੀ ਜਿਵੇਂ ਇੱਕ ਸੀਐਲਯੂ ਹੁੰਦਾ ਹੈਗਾ। ਉਹਦੇ 'ਚ ਬਿਲਡਿੰਗ ਇੰਸਪੈਕਟਰ ਨੇ ਫੀਲਡ ਇੰਸਪੈਕਸ਼ਨਸ ਵੀ ਕਰਨੀਆਂ ਹੁੰਦੀਆਂ ਨੇ, ਫੋਟੋਗ੍ਰਾਫਸ ਵੀ ਲੈਣੀਆਂ ਹੁੰਦੀਆਂ, ਜੀਓ ਟੈਗਿੰਗ ਵੀ ਕਰਨੀ ਹੁੰਦੀ ਹੈ। ਉਹਨੂੰ ਮਤਲਬ ਮੈਕਸੀਮਮ ਟਾਈਮ ਤੁਸੀਂ ਦੱਸ ਰਹੇ ਹੋ, ਅਦਰਵਾਈਜ਼ ਹਫ਼ਤੇ ਦਾ ਤੋਂ 10 ਦਿਨ ਦਾ ਟਾਈਮ ਸਾਡਾ ਆਏਗਾ ਜਿਹੜਾ ਨੋਰਮਲ ਕੇਸਿਸ ਦੇ ਵਿੱਚ ਲੱਗਦਾ, ਲੇਕਿਨ ਕਈ ਕੇਸਿਸ ਦੇ ਵਿੱਚ ਉਹ 20 ਦਿਨ ਵੀ ਹੋ ਜਾਂਦੇ ਨੇ, ਕਿਉਂਕਿ ਆਬਜੈਕਸ਼ਨ ਲੱਗ ਜਾਂਦੇ ਨੇ ਮੌਕੇ ਦੇ ਉੱਤੇ। ਉਹ ਐਜ਼ ਪਰ ਰਿਕੁਆਇਰਮੈਂਟ ਕੋਈ ਚੀਜ਼ਾਂ ਨਹੀਂ ਹੁੰਦੀਆਂ, ਫਿਰ ਉਹਦੇ ਆਬਜੈਕਸ਼ਨ ਲੱਗ ਕੇ ਵਾਪਸ ਚਲੇ ਜਾਂਦੇ ਨੇ, ਇਸ ਲਈ ਉਹ ਟਾਈਮ ਲੱਗਦਾ ਹੈ। ਲੇਕਿਨ ਅਸੀਂ ਉਹਨੂੰ ਵੀ ਕਰਟੇਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਇਹ ਕਮਰਸ਼ੀਅਲ ਜਿਹੜੇ ਮੈਪਸ ਹੈਗੇ ਆ ਇਹ ਪਹਿਲਾਂ ਏਡੀਸੀ ਜਾਂਦੇ ਏਡੀਸੀ ਸਾਹਿਬ ਕੋਲ, ਹਾਂਜੀ, ਤਾਂ ਮਤਲਬ ਜਿਵੇਂ ਜ਼ੀਰਕਪੁਰ ਦਾ ਨਕਸ਼ਾ ਤੱਕ ਇੱਧਰੋਂ ਹੀ ਪਾਸ ਹੋ ਗਿਆ, ਇੱਧਰ ਦਾ ਪ੍ਰੋਸੈਸ ਕਰਕੇ ਦੇਖੋ ਐਜ਼ ਪਰ ਰੂਲਸ ਹੈ ਜੀ, ਪਾਲਿਸੀ ਹੈ, ਪਾਲਿਸੀ ਦੇ ਵਿੱਚ ਕੰਪੀਟੈਂਟ ਅਥਾਰਟੀ ਜਿਹੜੇ ਵਧੀਆ ਏਡੀਸੀ ਯੂਡੀ ਨੇ ਸਾਡੇ ਨਾਲ ਹੀ ਉਹ ਨੇ। ਇਹਨਾਂ ਦੀ ਜਿਹੜੀ ਪਾਲਿਸੀ ਦੇ ਵਿੱਚ ਜਿਹੜੇ ਅਥਾਰਟੀ ਕੰਪੀਟੈਂਟ ਉਹ ਹੋਣ ਕਰਕੇ ਉਹ ਨਕਸ਼ੇ ਉੱਤੇ ਜਾਂਦੇ ਨੇ, ਅਸੀਂ ਉਹ ਪਾਸ ਨਹੀਂ ਕਰ ਸਕਦੇ, ਉਹ ਐਜ਼ ਪਰ ਪਾਲਿਸੀ। जीकरपुर से पत्रकार देव शर्मा की रिपोर्ट।